Hello students, I am your teacher Dr. Satinder Kaur, and in this lecture I will teach you about the agriculture price policy. So agriculture price policy ਜਿਹੜੀ ਹੈ basically ਉਹ policy ਹੈ ਜਿਹੜੀ ਕਿ agriculture ਦੇ sector ਦੇ ਜਿਹੜੀ ਹੈ perfect allocation of resources ਤੇ different agriculture products ਦੀ proper production ਨੂੰ encourage ਕਰਨਾ ਤੇ ਫਾਰਮਰਸ ਨੂੰ ਪ੍ਰੋਪਰਲੀ ਉਹਨਾਂ ਦਾ ਰੈਮੂਨਰੇਟਿਵ ਪ੍ਰਾਈਸ ਜੋ ਮਿਲਣਾ ਚਾਹੀਦਾ ਉਹ ਦੇਣ ਦੇ ਉੱਤੇ ਫੋਕਸ ਹੈ। ਸੋ ਇਸਦਾ ਪਹਿਲਾ ਆਬਜੈਕਟਿਵ ਹੁੰਦਾ ਹੈ ਕਿ ਐਗਰੀਕਲਚਰ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ। ਦੂਸਰਾ ਇਹਦਾ ਆਬਜੈਕਟਿਵ ਹੁੰਦਾ ਹੈ ਕਿ ਪ੍ਰੋਡਕਸ਼ਨ ਪੈਟਰਨ ਇਸ ਤਰੀਕੇ ਦੇ ਨਾਲ ਬਣਾਉਣਾ ਚੇਂਜ ਕਰਨਾ ਕਿ ਇੰਡਸਟਰੀਅਲ ਡਿਵੈਲਪਮੈਂਟ ਵੀ ਹੋ ਸਕੇ ਕਿ ਕਿਉਂਕਿ ਉਹ ਪਾਲਿਸੀਜ਼ ਬਣਾਉਣਾ ਜਿਹਦੇ ਨਾਲ ਫਾਰਮਰਸ ਉਹ ਚੀਜ਼ਾਂ ਪ੍ਰੋਡਿਊਸ ਕਰਨ ਜਿਨ੍ਹਾਂ ਨਾਲ ਇੰਡਸਟਰੀ ਵੀ ਡਿਵੈਲਪ ਕਰ ਰਹੀ ਹੈ। ਤੇ ਲਾਸਟ ਹੈ ਕਿ ਫੂਡ ਗ੍ਰੇਨ ਪ੍ਰੋਡਕਸ਼ਨ ਜਿਹੜੀ ਹੈ ਉਹ ਇਨਕਰੀਜ਼ ਕਰਨ ਦੇ ਲਈ ਜ਼ਿਆਦਾ ਮਾਰਕੀਟੇਬਲ ਸਰਪਲਸ ਦਾ ਹੋਣਾ, ਮਤਲਬ ਕਿ ਫਾਰਮਰ ਦੇ ਵੱਲੋਂ ਮਾਰਕੀਟ ਤੱਕ ਜ਼ਿਆਦਾ ਪ੍ਰੋਡਕਟ ਜਿਹੜਾ ਹੈ ਪਹੁੰਚੇ ਤਾਂ ਕਿ ਜੋ ਕਿ ਕੰਜ਼ਿਊਮਰਸ ਨੂੰ ਵੀ ਫਾਇਦਾ ਦੇਵੇ ਤੇ ਇੰਡਸਟਰੀਅਲ ਸੈਕਟਰ ਨੂੰ ਵੀ ਫਾਇਦਾ ਦੇਵੇ। ਸੋ ਐਗਰੀਕਲਚਰ ਪ੍ਰਾਈਸ ਪਾਲਿਸੀ ਜਿਹੜੀ ਹੈ ਟਾਈਮ ਆਫਟਰ ਟਾਈਮ ਗਵਰਨਮੈਂਟ ਦੇ ਵੱਲੋਂ ਲਿੱਤੇ ਗਏ ਪ੍ਰਾਈਸਿਸ ਨਾਲ, ਪ੍ਰੋਡਕਸ਼ਨ ਨਾਲ ਰਿਲੇਟਿਡ, ਇਨਪੁਟਸ ਨਾਲ ਰਿਲੇਟਿਡ ਸਾਰੇ ਜਿਹੜੇ ਨੇ ਪੁਆਇੰਟਸ ਨਾਲ ਰਿਲੇਟਿਡ ਹੈ। ਸੋ ਸਭ ਤੋਂ ਪਹਿਲੇ ਤਾਂ ਹੈ ਇਹਦੇ ਪ੍ਰਾਈਸਿਸ ਦੇ ਬਾਰੇ ਗੱਲ ਕਰਾਂਗੇ। ਇਹਦੇ ਐਲੀਮੈਂਟਸ ਦੇ ਵਿੱਚ ਆਉਂਦੀ ਐਗਰੀਕਲਚਰ ਪ੍ਰਾਈਸ ਪਾਲਿਸੀ ਦੇ ਪਹਿਲਾ ਐਲੀਮੈਂਟ ਹੈ ਪ੍ਰਾਈਸ ਫਿਕਸ ਕਰਨਾ, ਫਿਕਸੇਸ਼ਨ ਆਫ ਪ੍ਰੋਡਕਟ ਪ੍ਰਾਈਸਿਸ। ਇਹਦੇ 'ਚ ਆਪਾਂ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਕਿ ਨੈਗੇਟਿਵ ਪ੍ਰਾਈਸ ਪਾਲਿਸੀ ਹੁੰਦੀ ਹੈ ਤੇ ਇੱਕ ਪੋਜ਼ਿਟਿਵ ਪ੍ਰਾਈਸ ਪਾਲਿਸੀ ਹੁੰਦੀ ਹੈ। ਨੈਗੇਟਿਵ ਪ੍ਰਾਈਸ ਪਾਲਿਸੀ ਦਾ ਮਤਲਬ ਨਾਮ ਤੋਂ ਹੀ ਪਤਾ ਚੱਲ ਰਿਹਾ ਜਿਹੜਾ ਕਿ ਐਗਰੀਕਲਚਰ ਸੈਕਟਰ ਦੇ ਬੈਨੀਫਿਟ 'ਚ ਨਹੀਂ ਹੈ, ਇੰਡਸਟਰੀਅਲ ਸੈਕਟਰ ਦੇ ਬੈਨੀਫਿਟ 'ਚ ਹੈ। ਮਤਲਬ ਕਿ ਐਗਰੀਕਲਚਰ ਸੈਕਟਰ ਦੇ ਓਬਵੀਅਸਲੀ ਬੈਨੀਫਿਟ 'ਚ ਤਦ ਨਹੀਂ ਹੋਏਗੀ ਜਦੋਂ ਐਗਰੀਕਲਚਰ ਪ੍ਰਾਈਸਿਸ ਬਹੁਤ ਘੱਟ ਹੋਣਗੇ। ਸੋ ਇਸ ਦੇ ਵਿੱਚ ਕੀ ਹੁੰਦਾ ਕਿ ਐਗਰੀਕਲਚਰ ਪ੍ਰਾਈਸਿਸ ਫੂਡਸ ਦੇ ਜਾਂ ਰਾ ਮਟੀਰੀਅਲ ਦੇ ਇੰਨੇ ਕੁ ਘੱਟ ਰੱਖੇ ਜਾਂਦੇ ਹੈ ਕਿ ਇੰਡਸਟਰੀਅਲ ਸੈਕਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀਅਲ ਸੈਕਟਰ ਤੇ ਟੈਰਸ਼ਰੀ ਸੈਕਟਰ ਨੂੰ ਪ੍ਰੋਫਿਟ ਇਨਕਰੀਜ਼ ਹੋ ਸਕੇ। ਇਸ ਪ੍ਰਾਈਸ ਪਾਲਿਸੀ ਦੇ ਨਾਲ, ਨੈਗੇਟਿਵ ਪ੍ਰਾਈਸ ਪਾਲਿਸੀ ਦੇ ਨਾਲ ਐਗਰੀਕਲਚਰ ਸੈਕਟਰ ਨੂੰ ਫਾਇਦਾ ਨਹੀਂ ਹੁੰਦਾ। ਇਹ ਵੀ ਪਾਲਿਸੀ ਇਨੀਸ਼ੀਅਲ ਸਟੇਜਿਸ ਦੇ ਉੱਤੇ ਜਦੋਂ ਇੰਡਸਟਰੀਅਲ ਸੈਕਟਰ ਨੂੰ ਡਿਵੈਲਪ ਕਰਨਾ ਹੋਵੇ ਤਾਂ ਅਪਲਾਈ ਕੀਤੀ ਜਾਂਦੀ ਹੈ। ਦੂਜੀ ਹੈ ਪੋਜ਼ਿਟਿਵ ਐਗਰੀਕਲਚਰ ਪ੍ਰਾਈਸ ਪਾਲਿਸੀ। ਪੋਜ਼ਿਟਿਵ ਐਗਰੀਕਲਚਰ ਪ੍ਰਾਈਸ ਪਾਲਿਸੀ ਅਸ਼ੋਰ ਕਰਦੀ ਹੈ ਕਿ ਫਾਰਮਰਸ ਨੂੰ ਉਹਨਾਂ ਦੇ ਪ੍ਰੋਡਕਟਸ ਦੇ, ਉਹਨਾਂ ਦੇ ਪ੍ਰੋਡਿਊਸ ਦੇ ਕ੍ਰੌਪਸ ਦੇ ਮਤਲਬ ਫੇਅਰ ਪ੍ਰਾਈਸਿਸ ਮਿਲਣ। ਇਸ ਦੇ ਵਿੱਚ ਜਿਵੇਂ ਕਿ ਆਪਾਂ ਕਹਿੰਦੇ ਹਾਂ ਮਿਨੀਮਮ ਸਪੋਰਟ ਪ੍ਰਾਈਸ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਜਿਹਦੇ ਨਾਲ ਐਗਰੀਕਲਚਰ ਸੈਕਟਰ ਵੀ ਡਿਵੈਲਪ ਕਰੇ ਤੇ ਫਾਰਮਰਸ ਦਾ ਸਟੈਂਡਰਡ ਆਫ ਲਿਵਿੰਗ ਵੀ ਜਿਹੜਾ ਹੈ ਉੱਚਾ ਉੱਠ ਸਕੇ। ਸੋ ਜਦੋਂ ਵੀ ਪੋਜ਼ਿਟਿਵ ਐਗਰੀਕਲਚਰ ਪ੍ਰਾਈਸ ਪਾਲਿਸੀ ਗਵਰਨਮੈਂਟ ਵੱਲੋਂ ਅਪਲਾਈ ਕੀਤੀ ਜਾਂਦੀ ਹੈ ਤਾਂ ਉਹ ਕੁਝ ਕ੍ਰਾਈਟੇਰੀਆ ਹੋ ਸਕਦੇ ਨੇ, ਜਿਵੇਂ ਕਿ ਕਾਸਟ ਆਫ ਪ੍ਰੋਡਕਸ਼ਨ ਪ੍ਰਿੰਸੀਪਲ ਹੈ, ਰੂਲਿੰਗ ਪ੍ਰਾਈਸ ਕ੍ਰਾਈਟੇਰੀਆ ਹੈ, ਪੈਰਿਟੀ ਪ੍ਰਾਈਸ ਕ੍ਰਾਈਟੇਰੀਆ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਕ੍ਰਾਈਟੇਰੀਏ ਨੂੰ ਫੋਲੋ ਕਰਕੇ, ਕੋਈ ਵੀ ਮੈਥਡ ਨੂੰ ਫੋਲੋ ਕਰਕੇ ਜਿਹੜਾ ਹੈ ਪ੍ਰਾਈਸਿਸ ਫਿਕਸ ਕੀਤੇ ਜਾ ਸਕਦੇ ਨੇ। ਜਿਹੜਾ ਕਾਸਟ ਆਫ ਪ੍ਰੋਡਕਸ਼ਨ ਪ੍ਰਿੰਸੀਪਲ ਹੈ ਜਾਂ ਕ੍ਰਾਈਟੇਰੀਆ ਹੈ ਉਹਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਦੇ ਉੱਤੇ ਫੋਕਸ ਕੀਤਾ ਜਾਂਦਾ ਹੈ ਕਿ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਫਾਰਮਰ ਨੂੰ ਜਿੰਨੀ ਵੀ ਆ ਰਹੀ ਹੈ ਉਹ ਅਲੱਗ-ਅਲੱਗ ਕ੍ਰਾਈਟੇਰੀਆ ਦੇ ਅਕੋਰਡਿੰਗਲੀ ਜਿਹੜੇ ਨੇ ਉਹ ਕਾਸਟ ਆਫ ਪ੍ਰੋਡਕਸ਼ਨ ਨੂੰ ਕੈਲਕੂਲੇਟ ਕੀਤਾ ਜਾਂਦਾ ਜਿਹਦੇ ਨਾਲ ਲੈਵਲ ਆਫ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਫਿਕਸ ਕਰ ਦਿੱਤਾ ਜਾਂਦਾ। ਇਸ ਦੀਆਂ ਅਲੱਗ-ਅਲੱਗ ਕਾਸਟ ਅਕਾਊਂਟਿੰਗ ਮੈਥਡਸ ਨੇ, ਟੈਕਨੀਕਸ ਨੇ ਜਿਨ੍ਹਾਂ ਨੂੰ ਫੋਲੋ ਕੀਤਾ ਜਾ ਸਕਦਾ ਹੈ ਤੇ ਇਹ ਅਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਾਰਮਰਸ ਨੂੰ ਜਿਹੜਾ ਹੈ ਵੱਧ ਤੋਂ ਵੱਧ ਉਹਨਾਂ ਦੇ ਪ੍ਰੋਡਿਊਸ ਦਾ ਪ੍ਰੋਪਰ ਰਿਟਰਨ ਮਿਲ ਸਕੇ। ਬਟ ਕਾਸਟ ਆਫ ਪ੍ਰੋਡਕਸ਼ਨ ਕ੍ਰਾਈਟੇਰੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਜਿਹੜੀਆਂ ਨੇ ਆਉਂਦੀਆਂ ਨੇ, ਜਿਵੇਂ ਕਿ ਫੈਮਿਲੀ ਲੇਬਰ ਕਿੰਨੀ ਲੱਗੀ ਹੈ, ਉਸਦੀ ਇੰਪਿਊਟਿਡ ਵੈਲਿਊ ਕੈਲਕੂਲੇਟ ਕਰਨੀ, ਜਿਹੜੀ ਸਪਲਾਈ ਫਾਰਮਰ ਨੇ ਆਪਣੇ ਡੋਮੈਸਟਿਕ ਸੋਰਸਿਸ ਦੇ ਲਈ, ਆਪਣੇ ਫੈਮਿਲੀ ਕੰਜ਼ੰਪਸ਼ਨ ਦੇ ਲਈ ਰੱਖ ਲਈ, ਉਸ ਦੀ ਵੈਲਿਊ ਕਾਊਂਟ ਕਰਨੀ। ਸੋ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਕਾਰਨ ਇਹ ਕ੍ਰਾਈਟੇਰੀਆ ਨੂੰ ਅਪਲਾਈ ਕਰਨਾ ਥੋੜ੍ਹਾ ਜਿਹਾ ਰੀਅਲ ਲਾਈਫ ਦੇ ਵਿੱਚ ਮੁਸ਼ਕਿਲ ਹੁੰਦਾ ਹੈ। ਸੈਕੰਡ ਹੈ ਰੂਲਿੰਗ ਪ੍ਰਾਈਸ ਕ੍ਰਾਈਟੇਰੀਆ। ਸੋ ਰੂਲਿੰਗ ਪ੍ਰਾਈਸ ਕ੍ਰਾਈਟੇਰੀਆ ਦੇ ਵਿੱਚ ਜੋ ਵੀ ਜਿਵੇਂ ਕਿ ਤੁਸੀਂ ਟਾਈਮ ਸੀਰੀਜ਼ ਦੇ ਵਿੱਚ ਕਰਦੇ ਹੋ ਜਾਂ ਮੂਵਿੰਗ ਐਵਰੇਜ ਐਨਾਲਿਸਿਸ ਕਰਦੇ ਹੋ ਹੈ ਨਾ ਇੰਡੈਕਸ ਨੰਬਰ ਦੇ ਵਿੱਚ, ਉਸ ਦੇ ਅਕੋਰਡਿੰਗਲੀ ਜਿਹੜਾ ਹੈ ਇੱਕ ਮੂਵਿੰਗ ਐਵਰੇਜ ਪ੍ਰਾਈਸ ਜਿਹੜਾ ਹੈ ਜੋ ਵੀ ਰੀਸੈਂਟ ਪਾਸਟ ਪਿਛਲੇ 5 ਸਾਲਾਂ 'ਚ ਜੋ ਪ੍ਰਾਈਸ ਚੱਲ ਰਿਹਾ ਜਾਂ ਪਿਛਲੇ 7 ਸਾਲਾਂ 'ਚ ਜੋ ਪ੍ਰਾਈਸ ਚੱਲ ਰਿਹਾ ਉਸ ਦੇ ਬੇਸ ਦੇ ਉੱਤੇ ਪ੍ਰਾਈਸ ਫਿਕਸੇਸ਼ਨ ਕਰ ਦਿੱਤੀ ਜਾਂਦੀ ਹੈ ਤੇ ਇਸ ਕ੍ਰਾਈਟੇਰੀਆ ਨੂੰ ਕਾਸਟ ਕ੍ਰਾਈਟੇਰੀਆ ਨਾਲੋਂ ਬੈਟਰ ਮੰਨਿਆ ਜਾਂਦਾ ਹੈ ਕਿ ਉਸ ਨਾਲੋਂ ਬੈਟਰ ਹੈ।
ਇਸ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਇਹ ਹੁੰਦਾ ਹੈ ਕਿ ਡਿਮਾਂਡ ਟ੍ਰੈਂਡਸ ਪਤਾ ਚੱਲ ਜਾਂਦੇ ਨੇ ਕਿ ਮਾਰਕੀਟ, ਕਿਉਂਕਿ ਇਹਦਾ ਰਿਜ਼ਲਟ ਜਿਹੜਾ ਹੈ ਓਵਰਆਲ ਪ੍ਰਾਈਸ ਤੇ ਡਿਮਾਂਡ ਪਿਛਲੇ ਸਾਲਾਂ ਦੀ ਦੇਖ ਕੇ ਕੀਤਾ ਜਾਂਦਾ, ਤਾਂ ਇਹਨਾਂ ਨੂੰ ਡਿਮਾਂਡ ਟ੍ਰੈਂਡਸ ਪਤਾ ਚੱਲ ਜਾਂਦੇ ਨੇ ਕਿ ਪ੍ਰੋਡਕਟ ਦਾ ਕਿੰਨਾ ਪ੍ਰਾਈਸ ਹੋਏਗਾ ਅਕੋਰਡਿੰਗ ਔਨ ਦ ਬੇਸਿਸ ਆਫ ਦ ਟਾਈਮ ਸੀਰੀਜ਼ ਡਾਟਾ। ਲਾਸਟ ਹੈ ਪੈਰਿਟੀ ਪ੍ਰਾਈਸ ਕ੍ਰਾਈਟੀਰੀਆ। ਪੈਰਿਟੀ ਪ੍ਰਾਈਸ ਕ੍ਰਾਈਟੀਰੀਆ ਵਿੱਚ ਕੀ ਹੁੰਦਾ ਹੈ ਕਿ ਫਾਰਮਰ ਜਿੰਨੇ ਜਿਹੜੇ ਪ੍ਰਾਈਸਿਸ ਨੇ, ਇਹੋ ਜਿਹਾ ਪ੍ਰਾਈਸ ਜਿੰਨੇ ਕੁ ਪ੍ਰਾਈਸ ਦੇ ਨਾਲ ਫਾਰਮਰਸ ਜਿਹੜਾ ਹੈ ਨੌਨ ਐਗਰੀਕਲਚਰ ਸੈਕਟਰ ਦੇ ਪ੍ਰੋਡਕਟਸ ਨੂੰ ਖਰੀਦ ਸਕਦਾ ਹੈ ਪਿਛਲੇ ਸਾਲ ਦੇ ਵਿੱਚ, ਜੀ ਵੀ ਮਤਲਬ ਕਿ ਦੈਟ ਇਜ਼ ਦ ਪ੍ਰਾਈਸ ਪੇਡ ਬਾਈ ਦ ਫਾਰਮਰ ਫॉर ਨੌਨ ਐਗਰੀਕਲਚਰ ਪ੍ਰੋਡਕਟਸ, ਜੋ ਵੀ ਪੇ ਕੀਤਾ ਗਿਆ ਉਹ ਉਸ ਦੇ ਬੇਸ ਦੇ ਉੱਤੇ, ਪਿਛਲੇ ਸਾਲ ਦੇ ਬੇਸ ਦੇ ਉੱਤੇ ਉਸ ਦਾ ਇੰਟਰ ਰਿਲੇਸ਼ਨਸ਼ਿਪ ਕੱਢ ਕੇ ਇਸ ਸਾਲ ਦੇ ਪ੍ਰਾਈਸਿਸ ਕੈਲਕੂਲੇਟ ਕੀਤੇ ਜਾਂਦੇ ਨੇ। ਮਤਲਬ ਕਿ ਇੱਕ ਰੇਸ਼ੋ ਹੁੰਦੀ ਹੈ ਐਗਰੀਕਲਚਰ ਪ੍ਰੋਡਕਟ ਪ੍ਰਾਈਸਿਸ ਪਿਛਲੇ ਸਾਲ ਦੇ ਤੇ ਉਹਦੀ ਰੇਸ਼ੋ ਨੌਨ ਐਗਰੀਕਲਚਰ ਪ੍ਰੋਡਕਟ ਪੈਰਿਟੀ ਦੇ ਨਾਲ ਮੈਚ ਕੀਤੀ ਜਾਂਦੀ ਹੈ ਕਿ ਜੇ ਐਗਰੀਕਲਚਰ ਸੈਕਟਰ ਦਾ ਪ੍ਰੋਡਕਟ ਕੋਈ ਖਰੀਦਿਆ ਤੇ ਉਹੀ ਪ੍ਰਾਈਸ ਜਿਹੜਾ ਹੈ ਉਸੀ ਕੀ ਵੀ ਪੈਸੇ ਦੇ ਨਾਲ ਨੌਨ ਐਗਰੀਕਲਚਰ ਸੈਕਟਰ ਦੇ ਕਿੰਨੇ ਪ੍ਰੋਡਕਟ, ਕਿਵੇਂ ਦਾ ਪ੍ਰੋਡਕਟ ਜਿਹੜਾ ਹੈ ਖਰੀਦਿਆ ਜਾ ਸਕਦਾ ਹੈ। ਸੋ ਇਸ ਦੇ ਕਈ ਤਰ੍ਹਾਂ ਮੈਥਡ ਹੁੰਦੇ ਨੇ, ਜਿਵੇਂ ਕਿ ਤੁਸੀਂ ਬੁੱਕ ਦੇ ਵਿੱਚ ਦੇਖੋਗੇ ratio between the price of all agriculture commodities divided by price index of all manufactured commodities multiply by 100, पहला मेथड ये है। दूजा है price index of all agriculture commodities divided by price index of farm inputs multiply by 100। तीसरा है price index of individual agriculture commodity, मतलब कि कोई एक specific agriculture commodity पिछले ਵੇਲਿਆਂ ਵਿੱਚ overall commodities ਲਿੱਤੀਆਂ ਸੀ, ਇਸ ਵਿੱਚ ਕੋਈ ਇੱਕ commodity ਲੈ ਲਿੱਤੀ, ਕੋਈ ਵੀ ਜਿਵੇਂ wheat ਦਾ price ਲੈ ਲਿਆ, price index divided by ਉसी ਐਗਰੀਕਲਚਰ ਸੈਕਟਰ ਦੀਆਂ ਸਾਰੀਆਂ ਕਮੋਡਿਟੀਜ਼ ਦਾ ਪ੍ਰਾਈਸ, ਓਵਰਆਲ ਪ੍ਰਾਈਸ ਮਲਟੀਪਲਾਈ ਬਾਈ 100। ਸੋ ਤਿੰਨੋਂ ਮੈਥਡ ਤੁਹਾਡੀ ਬੁੱਕ ਦੇ ਵਿੱਚ ਮੈਂਸ਼ਨ ਨੇ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਸੋ ਨੈਕਸਟ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਂਡ ਐਗਰੀਕਲਚਰ ਪ੍ਰਾਈਸ ਪਾਲਿਸੀ। ਇਹਦੇ ਵਿੱਚ ਤੁਸੀਂ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਜਿਵੇਂ ਕਿ ਕੰਜ਼ਿਊਮਰ ਦੇ ਨਾਲ ਬਾਇਸ ਨਾ ਹੋਵੇ, ਕੰਜ਼ਿਊਮਰ ਨੂੰ ਰੈਮੂਨੇਟਿਵ ਪ੍ਰਾਈਸ ਜਿਵੇਂ ਫਾਰਮਰ ਨੂੰ ਮਿਲਦਾ ਉਵੇਂ ਕੰਜ਼ਿਊਮਰ ਨੂੰ ਵੀ ਬਹੁਤ ਜ਼ਿਆਦਾ ਪੇ ਨਾ ਕਰਨਾ ਪਏ, ਉਸਨੂੰ ਪ੍ਰੋਡਕਟ ਵੀ ਵਧੀਆ ਮਿਲੇ ਤੇ ਨਾਲ ਹੀ ਜਿਹੜੇ ਵੀ ਕੰਜ਼ਿਊਮਰ ਦੇ ਰਾਈਟ ਨੇ ਕਿ ਉਸਨੂੰ ਪ੍ਰੋਡਕਟ ਮਿਲੇ, ਕੁਆਲਿਟੀ ਵੀ ਵਧੀਆ ਮਿਲੇ, ਸਟੈਂਡਰਡਾਈਜ਼ ਵੀ ਮਿਲੇ ਤੇ ਮਿਲਾਵਟੀ ਵੀ ਨਾ ਮਿਲੇ ਤੇ ਕੰਜ਼ਿਊਮਰ ਨੂੰ ਪ੍ਰੋਡਕਟ ਮਿਲੇ ਵੀ। ਸੋ ਇਸ ਦੇ ਲਈ ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਰਾਸ਼ਨ ਦੇ ਡਿਪੂ ਨੇ, ਹੈ ਨਾ, ਵੀ ਗਵਰਨਮੈਂਟ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਜਾਂਦਾ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਉਹ ਪ੍ਰੋਡਕਟ ਰਾਸ਼ਨ ਦੇ ਡਿਪੂ ਤੋਂ ਸਸਤੇ ਰੇਟਾਂ ਦੇ ਵਿੱਚ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਇਹ ਵੀ ਅਸ਼ੋਰਟੀ ਦਿੱਤੀ ਜਾਂਦੀ ਹੈ ਕਿ ਪ੍ਰੋਡਕਟਸ ਦੀ ਡਿਸਟਰੀਬਿਊਸ਼ਨ ਆਲ ਓਵਰ ਕੰਟਰੀ ਦੇ ਵਿੱਚ ਇੰਨੀ ਜ਼ਿਆਦਾ ਵਧੀਆ ਹੋਵੇ ਕਿ ਕਿਸੇ ਨੂੰ ਵੀ ਉਹ ਪ੍ਰੋਡਕਟ ਦੀ ਥੁੜ ਨਾ ਹੋਵੇ। ਜਿਵੇਂ ਕਿ ਐਗਰੀਕਲਚਰ ਦੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ, ਡੇਲੀ ਲਾਈਫ ਦੇ ਵਿੱਚ ਟਮਾਟਰ ਦੀ ਲੋੜ ਹੈ, ਡੇਲੀ ਲਾਈਫ ਦੇ ਵਿੱਚ ਦਾਲਾਂ ਦੀ ਜ਼ਰੂਰਤ ਹੈ, ਪਿਆਜ਼ ਦੀ ਜ਼ਰੂਰਤ ਹੈ, ਲਸਣ ਦੀ ਜ਼ਰੂਰਤ ਹੈ, ਨਿੰਬੂ, ਧਨੀਆ, ਮਿਰਚਾਂ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਸੋ ਇਸ ਚੀਜ਼ ਦਾ ਇਹਦਾ ਸਟਾਕ ਮੇਨਟੇਨ ਕੀਤਾ ਜਾਏ, ਜੇ ਲੋੜ ਹੈ ਕਿਸੇ ਕਲਾਸ ਨੂੰ ਸਸਤੇ ਰੇਟਾਂ 'ਚ ਦੇਣ ਦੀ, ਉਹਨਾਂ ਨੂੰ ਸਸਤੇ ਰੇਟਾਂ ਵਿੱਚ ਅਵੇਲੇਬਲ ਕਰਵਾਇਆ ਜਾ ਸਕੇ। ਸੋ ਇਸ ਦੇ ਨਾਲ ਹੀ ਐਗਰੀਕਲਚਰ ਪ੍ਰਾਈਸ ਪਾਲਿਸੀਜ਼ ਦੇ ਵਿੱਚ ਨਵੀਆਂ ਸਟ੍ਰੈਟਜੀਜ਼ ਆ ਜਾਂਦੀਆਂ, ਜਿਵੇਂ ਗ੍ਰੀਨ ਰੈਵੋਲਿਊਸ਼ਨ ਇਜ਼ ਆਲਸੋ ਦਾ ਪਾਰਟ ਆਫ ਦਾ ਨਿਊ ਐਗਰੀਕਲਚਰ ਸਟ੍ਰੈਟਜੀ। ਪ੍ਰਾਈਸ ਪਾਲਿਸੀ ਵੀ ਦਾ ਹੀ ਇਹ ਪਾਰਟ ਹੈ ਕਿ ਨਵੀਆਂ ਐਗਰੀਕਲਚਰ ਪ੍ਰੈਕਟਿਸਿਸ ਜਿਹਦੇ ਨਾਲ ਪ੍ਰੋਡਕਟਿਵਿਟੀ ਜ਼ਿਆਦਾ ਹੋ ਸਕੇ, ਕਾਸਟ ਪ੍ਰੋਡਕਸ਼ਨ ਘੱਟ ਹੋਵੇ, ਟੈਕਨੋਲੋਜੀ ਚੇਂਜ ਹੋਵੇ, ਨਵੇਂ ਡਿਮਾਂਡ ਆਫ ਨਿਊ ਇਨਪੁਟ ਜਿਹੜੀ ਆ ਉਹ ਕਿਸਾਨਾਂ ਵੱਲੋਂ ਸਿਰਫ ਕੀਤੀ ਨਾ ਜਾਵੇ, ਉਹਨਾਂ ਤੱਕ ਉਹ ਮੁਹੱਈਆ ਵੀ ਕਰਵਾਏ ਜਾਣ, ਨਵੇਂ ਸੀਡਸ, ਕ੍ਰੈਡਿਟ ਫੈਸਿਲਿਟੀਜ਼, ਫਰਟੀਲਾਈਜ਼ਰ ਫੈਸਿਲਿਟੀਜ਼, ਇਰੀਗੇਸ਼ਨ ਫੈਸਿਲਿਟੀ, ਸਾਰਾ ਕੁਝ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ ਹੈ। ਤੇ ਲਾਸਟ ਬਟ ਨਾਟ ਦ ਲੀਸਟ, ਇਸ ਪਾਲਿਸੀ ਦੇ ਵਿੱਚ ਐਗਰੀਕਲਚਰ ਮਾਰਕੀਟਿੰਗ ਬਾਰੇ ਵੀ ਆ ਜਾਂਦਾ ਹੈ ਕਿ ਐਗਰੀਕਲਚਰ ਮਾਰਕੀਟਿੰਗ ਦੇ ਵਿੱਚ ਜਿੰਨੀਆਂ ਵੀ ਡਿਫਿਕਲਟੀਜ਼ ਆਉਂਦੀਆਂ ਨੇ ਉਹ ਸਾਰੀਆਂ ਨੂੰ ਗਵਰਨਮੈਂਟ ਇਨੀਸ਼ੀਏਟਿਵ ਲੈ ਕੇ ਕਿਸਾਨਾਂ ਦੀਆਂ ਪ੍ਰੋਬਲਮਸ ਨੂੰ ਦੂਰ ਕੀਤਾ ਜਾ ਸਕੇ। ਥੈਂਕ ਯੂ।